ਇੱਕ ਕੇਸ ਦੀ ਸੁਣਵਾਈ ਦੌਰਾਨ ਦੇਸ਼ ਨੂੰ ਜਿਹੜੇ ਅੰਕੜੇ ਸੁਣਨ ਨੂੰ ਮਿਲੇ ਨੇ ਸੁਪਰੀਮ ਕੋਰਟ ਦੇ ਵਿੱਚੋਂ, ਸੁਣ ਕੇ ਪੂਰਾ ਦੇਸ਼ ਵਾਸੀ ਸੁਣ ਦੇ ਸੁਣ ਹੋ ਗਏ ਨੇ। ਹਾਲਾਤ ਇਹ ਨੇ ਕਿ ਜਿਹੜੀ ਵਿਧਾਨ ਪਾਲਿਕਾ ਜਾਂ ਗੱਲ ਕਰਦੀ ਆ, ਕਾਨੂੰਨ ਬਣਾਉਣ ਦੀ ਗੱਲ ਕਰਦੀ ਆ, ਲੋਕਾਂ ਦੇ ਹੱਕ ਹਕੂਕਾਂ ਦੀ ਗੱਲ ਕਰਦੀ ਆ, ਉਹ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਮਸਲਨ ਦੇਸ਼ ਦੇ ਚੁਣੇ ਹੋਏ ਪਾਰਲੀਮੈਂਟ ਲੋਕ ਸਭਾ ਮੈਂਬਰ ਵਿਧਾਇਕਾਂ ਦੀ ਉਹ ਗਿਣਤੀ ਆ 4422 ਦੇ ਕਰੀਬ ਉਹ ਜਿੱਤੇ ਹੋਏ ਵਿਧਾਇਕ ਤੇ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਦੇ ਖਿਲਾਫ ਖੁਦ ਹੀ ਗੰਭੀਰ ਕਿਸਮ ਦੇ ਕ੍ਰਿਮੀਨਲ ਕੇਸ ਦਰਜ ਨੇ। ਇਹ ਵਜ੍ਹਾ ਕੀ ਆ? ਇਸੇ ਵਜ੍ਹਾ ਨੂੰ ਜਾਣਨ ਲਈ ਅੱਜ ਸਾਡੇ ਨਾਲ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਣਕੀ ਰਾਮ ਜੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਭੁੱਲਰ ਸਾਹਿਬ। ਸਵਾਲ ਆ, ਜਦੋਂ ਅੰਕੜੇ ਆਏ ਨੇ ਸਾਰੇ ਹੈਰਾਨ ਹੋਏ ਨੇ, ਇਹ ਦੇਸ਼ ਕਿੱਥੇ ਖੜਾ ਜੀ, ਦੇਸ਼ ਕਿੱਧਰ ਨੂੰ ਜਾ ਰਿਹਾ ਜੀ? ਇਹ ਬਹੁਤ ਤੁਸੀਂ ਵਧੀਆ ਇਸ਼ੂ ਦੇ ਉੱਤੇ ਡਿਸਕਸ਼ਨ ਜਿਹੜੀ ਆ ਕਰਵਾ ਰਹੇ ਹੋ ਵੱਖ-ਵੱਖ ਜਾ ਕੇ। ਮੈਨੂੰ ਲੱਗਦਾ ਕਿ ਇਹ ਜਿਹੜਾ ਮੁੱਦਾ ਹੈ ਇਸ ਵਕਤ, ਇਹ ਮੁੱਦਾ ਆਪਣੇ ਆਪ ਦੇ ਵਿੱਚ ਇਹਦੀ ਗਰੀਮਤਾ, ਇਹਦੀ ਜੋ ਇੰਪੋਰਟੈਂਸ ਹੈਗੀ ਆ, ਔਰ ਜੋ ਇਸ ਮੁੱਦੇ ਦੀ ਜਿਹਨੂੰ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਅਹਿਮੀਅਤ ਹੈਗੀ ਆ, ਉਹ ਇਹ ਹੈ ਕਿ ਜਦੋਂ ਤੁਸੀਂ ਅਦਾਲਤਾਂ ਹੀ ਲੋਕਤੰਤਰ ਵਿੱਚ ਤਿੰਨ ਬਾਡੀਜ਼ ਹੁੰਦੀਆਂ ਨੇ ਮੇਨ, ਇੱਕ ਕਾਨੂੰਨ ਬਣਾਉਣ ਵਾਲੇ, ਇੱਕ ਕਾਨੂੰਨ ਨੂੰ ਲਾਗੂ ਕਰਨ ਵਾਲੇ, ਇੱਕ ਕਾਨੂੰਨ 'ਚ ਲਾਗੂ ਕਰਨ ਦੇ ਉੱਤੇ ਜੇ ਕੋਈ ਇਨਵੈਨ ਹੋਈ ਆ ਤੇ ਉਹਦੇ ਫੈਸਲੇ ਕਰਨ ਵਾਲੇ, ਉਹਨੂੰ ਕਹਿੰਦੇ ਜੁਡੀਸ਼ਰੀ। ਹੁਣ ਜਿਹੜੀ ਜੁਡੀਸ਼ਰੀ ਹੈ, ਇਹ ਮੰਨਿਆ ਜਾਂਦਾ ਹੈ ਕਿ ਲੋਕਤੰਤਰ ਖਾਸ ਤੌਰ ਤੇ ਭਾਰਤ ਵਿੱਚ ਤਾਂ ਇਹਦਾ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਹਾਂ ਇੰਪੋਰਟੈਂਟ ਰੋਲ ਰਿਹਾ ਹੈਗਾ। ਹੁਣ ਉਹਦੇ ਵਿੱਚ ਸਾਡੇ ਕੋਲ ਵਿਧਾਇਕ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਇੰਨੇ ਪੁਰਾਣੇ ਕੇਸ ਨੇ ਜਿਹੜੇ ਕੇਸ ਇੰਨੇ ਸਮੇਂ ਤੋਂ ਲਟਕ ਰਹੇ ਨੇ, ਤੇ ਉਹ ਜਿਹੜੇ ਕੇਸਸ ਨੇ ਉਹ ਇਹਨਾਂ ਵਿਧਾਇਕਾਂ ਦੀਆਂ ਜਿਹੜੀਆਂ ਜੀਵਨ ਦੇ ਨਾਲ ਜੋ ਕੁਛ ਕ੍ਰਿਮੀਨਲ ਕੇਸਸ ਜਾਂ ਜੋ ਵੀ ਕੇਸਸ ਲੱਗੇ ਹੋਏ ਨੇ ਉਹਦੇ ਨਾਲ ਰਿਲੇਟ ਕਰਦੇ ਆ। ਜਿੰਨੀ ਜਲਦੀ ਇਹਨਾਂ ਦਾ ਨਿਪਟਾਰਾ ਹੋ ਜਾਵੇ, ਉਨੀ ਜਲਦੀ ਹੀ ਅਗਰ ਇਹ ਅਬਜ਼ੋਲਵ ਹੋ ਜਾਂਦੀ ਉਸ ਕੇਸ ਤੋਂ ਤੇ ਦੁਬਾਰਾ ਇਲੈਕਸ਼ਨ ਲੜ ਸਕਦੇ ਆ। ਜੇ ਉਹਦੇ 'ਚ ਉਹ ਜੇ ਕਾਨੂੰਨੀ ਤੌਰ ਦੇ ਉੱਤੇ ਜੇ ਕਲਪਰੇਟ ਪਾਏ ਜਾਂਦੇ ਆ, ਸਜ਼ਾ ਹੋਏਗੀ ਤਾਂ ਉਹ ਉੱਥੋਂ ਬਰਖਾਸਤ ਹੋ ਜਾਣਗੇ। ਇਹਦੇ ਨਾਲ ਕੀ ਹੈ ਕਿ ਲੋਕਾਂ ਨੂੰ ਲੱਗੇਗਾ ਕਿ ਹਾਂ ਇੱਕ ਨਿਆਂ ਤਾਂ ਹੋ ਰਿਹਾ ਹੈਗਾ। ਹੁਣ ਇੱਦਾਂ ਨਾ ਲੱਗੇ ਕਿ ਸਰ ਕਹਿ ਰਹੇ ਇੱਕ ਤੇ 1980 ਦਾ, 1982 ਦਾ, 1983 ਦਾ ਉਹ ਵੀ ਕੇਸ ਪੈਂਡਿੰਗ ਨੇ। ਦੇਖੋ, ਇਹ ਇਕੱਲੇ ਵਿਧਾਇਕਾਂ ਦੇ ਕੇਸ ਪੈਂਡ ਨਹੀਂ ਹੈਗੇ। ਜੇ ਤੁਸੀਂ ਡਾਟਾ ਲਵੋ ਜੁਡੀਸ਼ਰੀ ਦਾ, ਸਾਡੇ ਪਾਸ ਇਹ ਵੀ ਕਮੀ ਰਹੀ ਆ ਕਿਉਂਕਿ ਲੋਕਲ ਕੋਰਟਸ, ਫਿਰ ਹਾਈ ਕੋਰਟਸ, ਫਿਰ ਸੁਪਰੀਮ ਕੋਰਟ, ਸਾਡੇ ਕੋਲ ਜੱਜਸ ਜਿੰਨੇ ਚਾਹੀਦੇ ਸਨ ਸਾਨੂੰ, ਜਿੰਨੀਆਂ ਕੇਸਾਂ ਨੂੰ ਨਿਪਟਾਉਣ ਵਾਸਤੇ ਜਿੰਨੀ ਸਾਡੀ ਜੁਡੀਸ਼ਰੀ ਦੀ ਸਟਰੈਂਥ ਹੈ, ਉਹ ਜੇ ਸਾਡੇ ਕੋਲ ਪੂਰੀ ਨਹੀਂ ਹੈਗੀ ਤਾਂ ਫਿਰ ਸਾਨੂੰ ਮੁਸ਼ਕਲ ਤਾਂ ਆਉਂਦੀ ਹੈ। ਜੱਜਸ ਨੂੰ ਉਹ ਲੱਗੇ ਰਹਿੰਦੇ ਨੇ ਬਿਕੋਜ਼ ਦਿਨ ਰਾਤ ਇਹਨਾਂ ਦਾ ਦੇਖੋ ਤੁਸੀਂ ਇਹਨਾਂ ਦਿਨਾਂ ਦੇ ਦੌਰਾਨ ਵੀ ਆਨਲਾਈਨ ਸੁਣਵਾਈਆਂ ਹੋ ਰਹੀਆਂ ਨੇ। ਲੇਕਿਨ ਕਿਤਨਾ ਕਿਤੇ ਸਾਡੇ ਜਿਹੜੇ ਵਰਗੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਹਜੇ ਵੀ ਸਮੇਂ ਲੱਗਿਆ, ਬੇਸ਼ੱਕ 1947 ਦੇ ਵਿੱਚ ਅਸੀਂ ਆਜ਼ਾਦ ਹੋਏ ਹਾਂ, ਸਾਡੀਆਂ ਸਾਰੀਆਂ ਚੀਜ਼ਾਂ ਨੂੰ ਬਰਕਰਾਰ ਅਪ ਟੂ ਡੇਟ ਕਰਨ ਵਾਸਤੇ ਬਹੁਤ ਸਮੇਂ ਹੈ। ਜਿੰਨਾ ਅਸੀਂ ਉਹ ਚੀਜ਼ਾਂ ਆਪਣੇ ਅਦਾਰਿਆਂ ਨੂੰ ਅਪ ਟੂ ਡੇਟ ਕਰ ਲਵਾਂਗੇ, ਉਨਾ ਹੀ ਸਾਡੀ ਇਹਨੂੰ ਕਹਿੰਦੇ ਆ ਗਵਰਨੈਂਸ। ਇਹਦੇ 'ਚ ਜੁਡੀਸ਼ਰੀ ਦਾ ਵੀ ਬੜਾ ਰੋਲ ਹੈ। ਤੁਸੀਂ ਸੁਣਿਆ ਹੋਣਾ ਪਿੱਛੇ ਜਾਏ ਜੁਡੀਸ਼ੀਅਲ ਐਕਟਿਵਿਜ਼ਮ ਦੀ ਗੱਲ ਹੋਈ ਸੀ ਕਿ ਜੁਡੀਸ਼ੀਅਲ ਨੇ ਜੱਜਸ ਨੇ ਖੁਦ ਐਕਟਿਵ ਹੋ ਕੇ ਚੀਜ਼ਾਂ ਨੂੰ ਦੇਖ ਕੇ ਅਖਬਾਰਾਂ ਦੇ ਰਾਹੀਂ, ਟੀਵੀਆਂ ਦੇ ਰਾਹੀਂ ਉਹਨਾਂ ਨੂੰ ਆਪਣੇ ਕੋਲ ਕੇਸ ਮਿਲਾ ਕੇ ਉਹਨਾਂ ਦਾ ਕੀਤਾ। ਉਹਦੇ ਬਾਵਜੂਦ ਵੀ ਬਹੁਤ ਸਾਰੇ ਕੇਸਸ ਨੇ। ਹੁਣ ਉਹ ਜਿਹੜੇ ਕੇਸਸ ਨੇ ਉਹਦੇ ਤੇ ਇੱਕ ਐਕਟਿਵਨੈਸ ਜਿਹੜੀ ਆ ਲੋਕਾਂ ਦੇ ਵੱਲੋਂ ਵੀ, ਬਹੁਤ ਸੰਸਥਾਵਾਂ ਵੱਲੋਂ ਵੀ, ਸਿਵਲ ਸੁਸਾਇਟੀ ਵੱਲੋਂ ਵੀ ਇਹ ਪ੍ਰੈਸ਼ਰ ਤਾਂ ਹੋਣਾ ਚਾਹੀਦਾ ਹੈਗਾ ਕਿ ਜੇ ਕੇਸਸ ਚੱਲਦੇ ਨੇ। ਹੁਣ ਕੀ ਆ ਤਰੀਕਾ ਪੈ ਰਹੀਆਂ ਨੇ, ਸਿਸਟਮ ਹੋ ਰਿਹਾ, ਜਾ ਰਿਹਾ ਹੈ। ਲੱਗਦਾ ਨਹੀਂ ਕਈ ਵਾਰ ਕਹਿ ਦਿੰਦੇ ਕਿ ਬੜੇ ਵੀ ਫਾਸਟ ਟਰੈਕ ਕੋਰਟ ਖੋਲ੍ਹਣੇ ਚਾਹੀਦਾ, ਤੇ ਲੱਗਦਾ ਨਹੀਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੈਗੇ ਨੇ ਇਹਨਾਂ ਵਾਸਤੇ ਫਾਸਟ ਟਰੈਕ ਕੋਰਟ ਚਾਹੀਦੇ ਹੈਗੇ ਨੇ ਕਿ 1980 ਦਾ ਕੇਸ ਪੈਂਡਿੰਗ ਆ। ਫਿਰ ਅਸੀਂ ਫਿਰ ਇਹ ਵੀ ਲੱਗਦਾ ਕਿ ਜਿਹੜੇ ਲੋਕ ਉਹ ਵੀ ਉਹਨੇ ਜ਼ਿੰਮੇਵਾਰ ਹੈ ਕਿ ਅਸੀਂ ਇਹਨਾਂ ਜਿਹੜੇ ਕ੍ਰਿਮੀਨਲ ਮਾਈਂਡ ਵਾਲੇ ਲੋਕ ਉਹਨਾਂ ਨੂੰ ਚੁਣਦੇ ਆ। ਦੇਖੋ, ਲੋਕ ਚੁਣਦੇ ਨੇ, ਲੋਕਾਂ ਦੀ ਤੋਂ ਇੱਕ ਧਾਰਨਾ ਇਹ ਵੀ ਹੈਗੀ ਆ ਕਿ ਜਦੋਂ ਅਸੀਂ ਸਾਡੀ ਸਮਾਜ ਦੇ ਵਿੱਚ ਜਿਹੜੀ ਇਲੈਕਟੋਰੇਟ ਹੈਗੀ ਆ, ਜਦੋਂ ਉਹ ਇਹ ਸੋਚਣਗੇ ਕਿ ਇਹ ਮਤ ਦਾਤਾ ਹੈ, ਨਹੀਂ ਮਤਦਾਨ ਹੈ। ਮਤ ਕੀ ਆ? ਤੁਸੀਂ ਆਪਣੀ ਸਮਝ ਆ ਗਈ ਆ, ਉਹ ਜਿਹੜੀ ਮਤ ਵਾ ਉਹਦਾ ਦਾਨ ਕਰ ਰਹੇ ਹੋ। ਮਤ ਦਾ ਹੀ ਹੋਏ ਨਾ ਮਤਦਾਤਾ, ਕਿ ਤੁਸੀਂ ਮਤ ਦੇ ਰਹੇ ਕਿਸੇ ਨੂੰ ਵੀ ਲੈ ਵੀ ਤੂੰ ਜਿਹੜੀ ਮੇਰੀ ਮਤ ਲੈ ਕੇ ਉਹਦੇ ਹਿਸਾਬ ਨਾਲ ਰਾਜ ਕਰ। ਜੇ ਸਾਡੀ ਮਤ ਦੇ ਰਾਹੀਂ ਜਿਹੜੇ ਬੰਦੇ ਉੱਤੇ ਜਾ ਰਹੇ ਆ ਉਹ ਬੇਮਤ ਹੋ ਰਹੇ ਆ ਤਾਂ ਅਸੀਂ ਵੀ ਕਿਤੇ ਬੇਮਤ ਹੈਗੇ ਆ, ਸਾਨੂੰ ਸੋਚਣਾ ਪਵੇਗਾ। ਲੇਕਿਨ ਉਹ ਮੁੱਦਾ ਹੋਰ ਹੈ, ਉਹਦੇ ਤੇ ਜਦੋਂ ਤੁਸੀਂ ਫਿਰ ਕਿਤੇ ਉਸ ਮੁੱਦੇ ਦੀ ਗੱਲ ਕਰਾਂਗੇ ਫਿਰ ਉਹਦੇ ਜਾਵਾਂਗੇ। ਫਾਸਟ ਟਰੈਕ ਕੋਰਟ, ਸੁਪਰੀਮ ਕੋਰਟ ਨੂੰ ਫੈਸਲਾ ਲੈ ਲੈਣਾ ਚਾਹੀਦਾ। ਹਾਂ, ਇਹ ਚੀਜ਼ਾਂ ਉੱਤੇ ਹੁਣ ਜਿਹੜੇ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ, ਇਹ ਜਿਹੜੇ ਇਸ਼ੂ ਨੇ ਉਹਨਾਂ ਦੀ ਪ੍ਰਾਇਓਰਟਾਈਜੇਸ਼ਨ ਹੋਣੀ ਚਾਹੀਦੀ ਹੈਗੀ ਆ। ਇਹ ਬੜੇ ਇੰਪੋਰਟੈਂਟ ਇਸ਼ੂ ਨੇ। ਲੇਕਿਨ ਜਦੋਂ ਕੋਰਟਾਂ ਦੇ ਸਾਹਮਣੇ ਕੇਸ ਹੁੰਦਾ
ਹੁੰਦਾ, ਕੋਰਟ ਸਾਹਮਣੇ ਤਾਂ ਸਾਰਾ ਇਸ਼ੂ ਇੰਪੋਰਟੈਂਟ ਹੈ। ਉਹਦੇ ਵਾਸਤੇ ਕਿਸੇ ਦੀ ਮਕਾਨ ਨੂੰ ਕਿਸੇ ਨੇ ਦੱਬਿਆ ਹੋਇਆ ਉਹ ਵੀ ਹੁੰਦਾ ਇੰਪੋਰਟੈਂਟ ਹੈ। ਉਹਦੇ ਵਾਸਤੇ ਕਿਸੇ ਵਿਦਿਆਰਥੀ ਦੀ ਐਗਜ਼ਾਮੀਨੇਸ਼ਨ ਹੈ ਉਹ ਵੀ ਹੁੰਦਾ ਇੰਪੋਰਟੈਂਟ ਹੈ। ਉਹਦੇ ਵਾਸਤੇ ਵਿਧਾਇਕ ਇੰਪੋਰਟੈਂਟ ਹੈ। ਹੁਣ ਇਹ ਫੈਸਲਾ ਭੁੱਲਰ ਸਾਹਿਬ ਕਰਨਾ ਬੜਾ ਮੁਸ਼ਕਲ ਹੈ ਕਿ ਕਿਹੜਾ ਕੋਰਟ ਕੇਸ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ। ਕੋਰਟ ਦੇ ਸਾਹਮਣੇ ਤਾਂ ਸੁਣਵਾਈ ਲਈ ਗਿਆ, ਜਿਹੜਾ ਵੀ ਜਾ ਕੇ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਹੈ ਉਹ ਆਸ ਰੱਖ ਕੇ ਜਾਂਦਾ, ਉਹ ਚਾਹੁੰਦਾ ਕਿ ਮੇਰਾ ਜਲਦੀ ਫੈਸਲਾ ਹੋਵੇ। ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਇੱਕ ਕਾਫੀ ਨਿਊਜ਼ ਵਾਇਰਲ ਹੋਈ ਸੀ ਸਾਊਥ ਇੰਡੀਆ ਦੇ ਵਿੱਚ ਜਾਂ ਕਿਤੇ ਕਿਸੇ ਹੋਰ ਇਲਾਕੇ ਦੇ ਵਿੱਚ ਇੱਕ ਔਰਤ, ਬੁੱਢੀ ਔਰਤ, ਉਹਦੀ ਪੈਨਸ਼ਨ ਸੀ ਬੁਢਾਪੇ ਦੀ, ਕਾਫੀ ਸਮੇਂ ਤੋਂ ਦਿੱਕਤ ਸੀਗੀ, ਉਹ ਕੋਰਟ ਪਹੁੰਚਦੀ ਆ। ਉੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਕੋਈ ਜੂਨੀਅਰ ਲੈਵਲ ਦੇ ਕੋਰਟ 'ਚ ਕੇਸ ਲੱਗਾ ਹੋਇਆ ਲੋਅਰ ਕੋਰਟ ਵਿੱਚ, ਉਹ ਕੀ ਦੇਖਦਾ ਕਿ ਉਹਦਾ ਅਰਦਲੀ ਦੱਸਦਾ ਉਹਨੂੰ ਕਿ ਬਾਹਰ ਇੱਕ ਮਾਤਾ ਆਈ ਆ, ਉਹਨੂੰ ਪੌੜੀਆਂ ਚੜ੍ਹ ਕੇ ਉੱਤੇ ਪਹੁੰਚਣਾ ਮੁਸ਼ਕਿਲ ਹੋ ਰਿਹਾ, ਉੱਠ ਕੇ ਬਾਹਰ ਆਉਂਦਾ ਹੈ। ਉਹ ਲੋਕਾਂ 'ਚ ਕਿੰਦੀ ਸ਼ਲਾਘਾ ਹੋਈ ਹੈ। ਇਸ ਲਈ ਲੋਕ ਜਿਹੜੇ ਨੇ ਉਹ ਚਾਹ ਰਹੇ ਨੇ ਕਿ ਭਾਰਤ ਦੀ ਜਿਹੜੀ ਲੋਕਤੰਤਰਤਾ ਹੈ, ਉਸ ਲੋਕਤੰਤਰ ਦਾ ਜਿਹੜਾ ਸਾਰੇ ਤੁਰੇ ਨੇ ਉਹਦੇ ਵਿੱਚ ਜੁਡੀਸ਼ਰੀ ਨੂੰ ਬਹੁਤ ਇੰਪੋਰਟੈਂਸ ਦੇ ਰਹੇ ਨੇ। ਲੱਗਦਾ ਸਰ ਜਿਹੜੇ ਪੋਲੀਟੀਕਲ ਲੋਕਾਂ ਦੇ ਖਿਲਾਫ ਚੁਣੇ ਹੋਏ ਐਮਪੀਜ਼ ਜਾਂ ਵਿਧਾਇਕਾਂ ਦੇ ਖਿਲਾਫ ਜਿਹੜੇ ਪੈਂਡਿੰਗ ਕੇਸ ਆ ਉਹਦੇ 'ਚ ਉਹਨਾਂ ਦੀ ਜ਼ਿੰਮੇਵਾਰੀ ਸਟੇਟ ਜਿਹੜੀ ਆ, ਸਟੇਟ ਦੀ ਜ਼ਿਆਦਾ ਜ਼ਿੰਮੇਵਾਰੀ ਆ। ਸਟੇਟ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਉਹ ਵੀ ਨਾਲ ਮਿਲੀ ਹੁੰਦੀ ਹੈ, ਕਿਉਂਕਿ ਜਦ ਕੋਈ ਵੀ ਸੱਤਾਧਾਰੀ ਪਾਰਟੀ ਦਾ ਕੋਈ ਐਮਐਲਏ ਜਾਂ ਐਮਪੀ ਹੈ ਉਹਦੇ ਖਿਲਾਫ ਕਾਰਵਾਈ ਔਖੀ ਹੋ ਜਾਂਦੀ ਹੈ, ਚਲਾਨ ਪੇਸ਼ ਕਰਨਾ, ਇਨਵੈਸਟੀਗੇਸ਼ਨ ਪ੍ਰੈਸ਼ਰ ਜਿਹੜੇ ਇਨਵੈਸਟੀਗੇਸ਼ਨ ਏਜੰਸੀਆਂ ਨੇ। ਉਹ ਤੁਸੀਂ 2 ਦਿਨ ਪਹਿਲਾਂ ਜਿਹੜੇ ਵਕੀਲ ਸਨ, ਮੁਲਤਾਨੀ ਦੇ ਵਕੀਲ ਸਨ, ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜਾ ਫਾਰਮਰ ਡੀਜੀਪੀ ਦਾ ਕੇਸ ਚੱਲਦਾ ਸੀ, ਉਹ ਕੇਸ ਦੇ ਵਿੱਚ ਹਾਈ ਕੋਰਟ ਦੇ ਜੱਜ ਨੇ ਔਨ ਰਿਕਾਰਡ ਰੱਖਿਆ ਕਿ ਹੀ ਵਾਜ ਅ ਬਲੂ ਆਈਡ ਬॉय ਆਫ ਆਫਿਸਰ ਆਫ ਸਮ the establishment, how they tried to protect and how he being in a force tried to intimidate the judiciary. This is on record. ਇਹ ਕੋਰਟ ਕਹਿ ਰਿਹਾ ਹੈ ਜੇ ਹੁਣ that means ਕਿ there is a some sort of interference। ਹੁਣ ਉਹ ਜਿਹੜੀ ਜੇ ਉਹ ਚੀਜ਼ਾਂ ਸਾਹਮਣੇ ਆਈਆਂ ਲੋਕਾਂ ਦੇ, ਕੋਰਟ ਵੀ ਕਰ ਰਿਹਾ, ਉਹ ਇੱਕ ਸਿਵਲ ਸੁਸਾਇਟੀ ਦੇ ਵਿੱਚ ਓਪੀਨੀਅਨ ਵੀ ਹੋਣੀ ਚਾਹੀਦੀ ਆ ਕਿ ਜਿਹੜੇ ਬੰਦੇ ਕ੍ਰਿਮੀਨਲ ਹੈ ਜੇ ਉਹ ਜਦ ਤੱਕ ਫੈਸਲਾ ਨਹੀਂ ਹੁੰਦਾ ਤਦ ਤੱਕ ਇਲੈਕਸ਼ਨ ਲੜ ਸਕਦੇ ਆ। ਉਨੀ ਡਿਊਟੀ ਸਾਡੀ ਸਾਰੇ ਮਤਦਾਤਾਂ ਦੀ ਵੀ ਬਣਦੀ ਆ ਕਿ ਅਸੀਂ ਉਹਨਾਂ ਨੂੰ ਇੱਕ ਵਾਰੀ ਜੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਹੋ ਗਿਆ, ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਆ ਜੇ ਕਾਨੂੰਨੀ ਤੌਰ ਦੇ ਉੱਤੇ ਉਹ ਖੜੇ ਹੋ ਸਕਦੇ ਆ, ਪਰ ਉਹਨਾਂ ਤੋਂ ਗੁਰੇਜ਼ ਹੋਣਾ ਚਾਹੀਦਾ ਹੈਗਾ ਤਾਂ ਕਿ ਲੋਕਾਂ 'ਚ ਮਨ ਚਾਹੀਦਾ ਕਿ ਵੀ ਸ਼ੁੱਡ ਨਾਟ ਗੋ ਫਾਰ ਦੈਟ। ਲੋਕ ਤੇ ਠੀਕ ਹੈ, ਲੋਕ ਬੜੇ ਗਰਜਾਂ ਨਾਲ ਵੱਜ ਚੁੱਕੇ ਹੈਗੇ ਨੇ। ਪਾਰਲੀਮੈਂਟ ਤੁਹਾਨੂੰ ਲੱਗਦਾ ਕਿ ਪਾਰਲੀਮੈਂਟ ਆਪਣੇ ਬੰਦਿਆਂ ਨੂੰ ਬਾਹਰ ਕਰ ਦੇਗੀ ਜਾਂ ਇਦਾਂ ਦਾ ਉਹ ਨਵਾਂ ਬਿੱਲ ਪੇਸ਼ ਕਰਕੇ ਜਿਹਦੇ ਖਿਲਾਫ ਕ੍ਰਿਮੀਨਲ ਕੇਸ ਆ ਉਹ ਇਲੈਕਸ਼ਨ ਹੀ ਲੜ ਸਕਦਾ? ਜਦੋਂ ਲੋਕਾਂ ਦੀਆਂ ਗਰਜਾਂ ਤੇ ਲੋਕਾਂ ਦੀ ਗਰਜ ਤੇ ਲੋਕਾਂ ਦੀ ਸਮਾਜ ਦੇ ਪ੍ਰਤੀ ਜਿਹੜੀ ਸੁਚੇਤਤਾ ਹੈਗੀ ਆ, ਸੁਚੇਤ ਹੋਣਾ, ਜਦੋਂ ਤੁਸੀਂ ਸੁਚੇਤ ਹੋ ਕੇ ਨਿਆਂ ਵੱਲ ਚੱਲੋਗੇ ਤੁਹਾਡੀਆਂ ਗਰਜਾਂ ਪੂਰੀਆਂ ਹੋਣ ਲੱਗ ਪਊਗੀਆਂ। ਜੇ ਤੁਹਾਡੀਆਂ ਗਰਜਾਂ ਨੂੰ ਇੱਕ ਤੁਸੀਂ ਪਾਸੇ ਰੱਖ ਕੇ ਨਿਆਂ ਦੀ ਗੱਲ ਕਰੋਗੇ ਤਾਂ ਪਾਰਲੀਮੈਂਟ ਜਾਂ ਵਿਧਾਨ ਸਭਾ ਕਿਤੇ ਵੀ ਤੁਹਾਡੀਆਂ ਜਿਹੜੀਆਂ ਆਕਾਂਖਸ਼ਾ ਹੈਗੀਆਂ ਇਨਸਾਫ ਪ੍ਰਤੀ ਉਹਨਾਂ ਨੂੰ ਡਿਲੇ ਨਹੀਂ ਕਰ ਸਕਦੀਆਂ, ਕਿਉਂਕਿ ਦੈਟ ਵਾਜ ਅ ਰਿਐਕਸ਼ਨ ਓਵਰ ਦੇਅਰ ਕਿ ਅਸੀਂ ਕਿਵੇਂ ਕਰਦੇ ਹਾਂ। ਲੇਕਿਨ ਇਹ ਬਹੁਤ ਜ਼ਰੂਰੀ ਆ ਇੱਕ ਵਧੀਆ ਪਾਰਲੀਮੈਂਟਰੀ ਸਿਸਟਮ ਵਾਸਤੇ ਕਿ ਸਰਕਾਰਾਂ ਵੀ ਖੁਦ ਅੱਗੇ ਹੋ ਕੇ ਇਹ ਕਹਿਣ ਕਿ ਚਾਹੇ ਉਹ ਸਾਡੇ ਖੁਦ ਮੇਰੇ ਪਾਰਟੀ ਦੇ ਐਮਪੀ ਆ ਜਾਂ ਐਮਐਲਏ ਨੇ, ਵਿਧਾਇਕ ਨੇ, ਫਾਰਮਰ ਨੇ, ਉਹਨਾਂ ਨੂੰ ਇੱਥੇ ਜ਼ੋਰ ਪਾਉਣਾ ਚਾਹੀਦਾ। ਇਹ ਬਹੁਤ ਜ਼ਰੂਰੀ ਆ। ਜੇ ਨਹੀਂ ਪਾ ਰਹੇ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਅਸੀਂ ਹਜੇ ਉਸ ਮਕਾਮ ਤੇ ਪਹੁੰਚੇ ਨਹੀਂ ਜਿਹੜਾ ਲੋਕਤੰਤਰ ਸਾਤੋਂ ਐਕਸਪੈਕਟ ਕਰਦਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈਗੀ। ਚਲੋ ਜਿਹੜੇ ਲੋਕ ਨੇ ਚੁਣੇ ਹੋਏ ਨੁਮਾਇੰਦੇ, ਕੋਈ ਵੀ ਪਾਰਟੀ ABC ਪਾਰਟੀ ਆ, ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਬੰਦਾ ਜੇਤੂ ਘੋੜਾ ਵਾ, ਇਹਦੇ ਤੇ 15 ਕੇਸ ਦਰਜ ਆ ਗਏ ਨੇ, ਕੋਈ ਗੱਲ ਨਹੀਂ, ਸੀਟ ਤੇ ਇਹਨੇ ਕੱਢ ਹੀ ਲੈਣੀ ਹੈਗੀ ਹੈ, ਜਿੱਤ ਹੀ ਲੈਣੀ। ਸਾਨੂੰ ਤੇ ਵਿਨੇਬਿਲਿਟੀ ਚਾਹੀਦੀ ਹੈਗੀ ਹੈ, ਅਸੀਂ ਉਹਦਾ ਪਿਛੋਕੜ ਦੇਣਾ, ਅਸੀਂ ਉਹਦਾ ਕ੍ਰਾਈਮ ਗ੍ਰਾਫ ਨਹੀਂ ਦੇਖਣਾ ਹੈਗਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜ਼ਿੰਮੇਵਾਰੀ ਬਣ ਜਾਂਦੀ। ਲੇਕਿਨ ਉਹਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਉਹਦੇ ਪਾਸ ਜੋ ਇੱਕ ਇਲੈਕਟੋਰਲ ਪ੍ਰੋਸੀਜਰ ਨੂੰ, ਇਲੈਕਟੋਰਲ ਜਿੰਨੀਆਂ ਵੀ ਡਿਫਰੈਂਟ ਡਾਇਮੈਂਸ਼ਨਸ ਆ ਉਹਦੇ ਬਾਰੇ ਸਾਡੀ ਪਾਰਲੀਮੈਂਟ 'ਚ ਕਾਨੂੰਨ ਬਣੇ ਹੋਏ ਆ, ਉਹਨੂੰ ਲਾਗੂ ਕਰਨਗੇ ਨਾ ਉਹ, because he does not have that independent power of legislation on that account। ਉਹ ਤਾਂ ਹੀ ਡਿਸਾਈਡ ਕਰੇਗਾ ਨਾ this is the pattern ਬਣਿਆ ਹੋਇਆ, ਇਹ ਕਾਨੂੰਨ ਹੈ, ਇਹਦੇ ਤਹਿਤ ਇਲੈਕਸ਼ਨ ਹੋਣੇ ਆ, ਉਹਨਾਂ ਨੇ ਲਾਗੂ ਕਰਨਾ ਹੈ। ਠੀਕ ਹੈ, ਉਹਦੇ ਅੰਦਰ ਉਹ ਡੇਟ ਫਿਕਸ ਕਰਨੀ ਆ, ਕਿੱਥੇ ਕਿੰਨੀ ਸਿਕਿਉਰਿਟੀ ਲਾਉਣੀ ਆ, ਕਿਵੇਂ ਆ ਪੇਪਰ ਕਿਵੇਂ ਨਾਮਜ਼ਦ ਹੋਏ ਆ, ਉਹ ਠੀਕ ਹੈ, ਉਹ ਤਾਂ ਉਹਦੇ ਵਿਧਨ ਹੋਏਗਾ ਨਾ। ਅਗਰ ਉੱਥੇ ਕਾਨੂੰਨ ਬਣ ਜਾਵੇ ਐਨੀਵਨ ਜਿਹਦੇ ਉੱਤੇ ਕਿਸੇ ਵੀ ਅਦਾਲਤ ਵਿੱਚ ਕੋਈ ਵੀ ਕੇਸ ਲੱਗਾ ਹੋਇਆ ਹੈ ਤੇ ਉਹਨੂੰ ਜਦ ਤੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਉਹ ਇਲੈਕਸ਼ਨ ਨਹੀਂ ਲੜ ਸਕਦਾ। ਮੇਰਾ ਖਿਆਲ ਹੈ ਕਿ ਸਾਰੇ ਜਣੇ ਕੋਸ਼ਿਸ਼ ਕਰਨਗੇ ਕਿ ਜਿਹੜਾ ਕਾਨੂੰਨ ਹੈ ਜਲਦੀ ਫੈਸਲਾ ਕਰੇ। ਅੱਛਾ, ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਲੱਗਦਾ ਕਿ ਜਦੋਂ ਸਜ਼ਾ ਤੇ ਹੋ ਜਾਂਦੀ ਉਸ ਤੋਂ ਬਾਅਦ 10 ਸਾਲ ਦੀ ਸਜ਼ਾ ਹੋ ਜਾਏ ਉਹਦੇ 'ਚ ਇਲੈਕਸ਼ਨ ਨਹੀਂ ਲੜ ਸਕਦੇ। ਜਿੱਦਾਂ ਸਾਡੇ ਹਰਿਆਣਾ 'ਚ ਐਗਜ਼ਾਮਪਲ ਆ, ਓਮ ਪ੍ਰਕਾਸ਼ ਚਟਰਾਲਾ, ਉਹ ਇਲੈਕਸ਼ਨ ਨਹੀਂ ਲੜ ਸਕਦੇ। ਪਰ ਇੰਨਾ ਪੈਂਡਿੰਗ ਕੇਸ ਰੱਖ ਲੈਣਾ ਹੈਗਾ, ਇਹ ਤਾਂ ਲੱਗਦਾ ਕਿ ਇਹ ਤਾਂ ਵੈਸੇ ਕਾਨੂੰਨ ਦੇ ਨਾਲ ਧੱਕਾ ਕਰਨਾ, ਸੰਵਿਧਾਨ ਦੇ ਨਾਲ ਧੱਕਾ ਕਰਨਾ ਜੀ। ਮੈਂ ਕਹਿੰਦਾ ਕਿ ਇਹ
ਕੋਰਟ ਨੇ ਇਹਦੇ ਤੇ ਬੜਾ ਸਖਤ ਰਵੱਈਆ ਬਣਾਇਆ ਹੈ, ਸਖਤ ਐਕਸ਼ਨ ਲਿਆ। ਲੋਕਾਂ ਨੂੰ ਪਤਾ ਲੱਗਾ, ਬਹੁਤੇ ਬੰਦੇ ਨੂੰ ਤਾਂ ਇਸ ਗੱਲ ਦਾ ਇਸ ਨਿਊਜ਼ ਤੋਂ ਪਹਿਲਾਂ ਪਤਾ ਵੀ ਨਹੀਂ ਹੋਣਾ ਕਿ ਇੰਨਾ ਪੁਰਾਣਾ ਕੇਸ ਵੀ ਹੈਗਾ। ਔਰ ਬਹੁਤ ਸਾਰੇ ਕੇਸਿਸ ਜਿੱਥੇ ਗਵਾਹ ਵੀ ਵਿਚਾਰੇ ਫੌਤ ਹੋ ਗਏ, ਜਿਹੜੇ ਪਟੀਸ਼ਨਰ ਵੀ ਚਲੇ ਗਏ ਨੇ, ਰਿਸਪੋਂਡੈਂਟ ਵੀ ਨਹੀਂ ਰਹੇ ਨੇ, ਇਹ ਚਲੇ ਆ। ਇਹ ਸਾਡੀ ਤਰਾਸਦੀ ਹੈਗੀ ਆ। ਸਾਨੂੰ ਇਹਦੇ ਬਾਰੇ ਇੱਕ ਤਾਂ ਪਹਿਲੀ ਗੱਲ ਹੈ ਕਿ ਮੈਕਸਿਮਮ ਕੋਰਟ ਜਿਹੜੇ ਨੇ, ਲੋਅਰ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ, ਇਹਨੂੰ ਚਾਹੇ ਜੁਡੀਸ਼ਰੀ ਦੇ ਸਟੇਟ ਲੈਵਲ ਤੇ ਆ ਜਾਂ ਕੰਟਰੀ ਲੈਵਲ ਤੇ ਆ, ਸੁਪਰੀਮ ਕੋਰਟ ਲੈਵਲ ਤੇ ਆ, ਜਿੰਨੀਆਂ ਵੀ ਜੱਜਸ ਦੀਆਂ ਸਾਡੀਆਂ ਪੋਸਟ ਨੇ ਉਹ ਇਮੀਡੀਏਟਲੀ ਫਿਲ ਹੋਣੀ ਚਾਹੀਦੀ ਹੈਗੀ। ਇਮੀਡੀਏਟਲੀ ਵੀ ਸ਼ੁੱਡ ਡੂ ਇਟ, ਕਿਉਂਕਿ ਸਾਡੇ ਕੋਲ ਮਤਲਬ ਇਸ ਲਈ ਆਫੀਸ਼ੀਅਲੀ 1 ਕਰੋੜ ਤੋਂ 1 ਕਰੋੜ 10 ਲੱਖ ਤੋਂ ਜ਼ਿਆਦਾ ਸਾਡੀ ਜਿਹੜੀ ਹੈਗੀ ਆ 110 ਕਰੋੜ ਸਾਡੇ ਕੋਲ ਪੋਪੂਲੇਸ਼ਨ ਹੈ। ਉਹਦੇ 'ਚ ਤੁਸੀਂ ਦੇਖੋ ਕਿੰਨੇ ਕੇਸਸ ਹੁੰਦੇ ਨੇ। ਤਾਂ ਵੀ ਨੀਡ ਟੂ ਡੂ ਦਿਸ। ਇੱਕ ਤਾਂ ਇਹ ਹੈਗਾ 2556 ਕੇਸ ਹੈ ਜਿਹੜੇ ਸਿਟਿੰਗ ਐਮਐਲਏ ਨੇ ਜੀ, ਇਹ ਤਾਂ ਬਹੁਤ ਵੱਡੀ ਤਰਾਸਦੀ ਹੋ ਗਈ। ਇਤਰਾਜ਼ ਹੈ। ਔਰ ਇਹ ਸਾਰੇ ਦੇ ਸਾਰੇ ਕੇਸ ਜਿੰਨੀ ਜਲਦੀ ਅਸੀਂ ਇਹਨਾਂ ਨੂੰ ਹੱਲ ਕਰ ਲਵਾਂਗੇ, ਜਿੰਨੀ ਜਲਦੀ ਇਹਨਾਂ ਬਾਰੇ ਫੈਸਲਾ ਹੋਏਗਾ। ਪਰ ਉਹਨਾਂ ਵਾਸਤੇ ਕਿੰਨੇ, ਕਿਉਂਕਿ ਕੋਰਟ ਪਾਸ ਤੇ ਤਾਂ ਸਾਰਾ ਕੇਸ ਇੰਪੋਰਟੈਂਟ ਹੈ, ਉਹਨਾਂ ਵਾਸਤੇ ਕਿਸੇ ਕੇਸ ਨੂੰ ਓਵਰਨਾਈਟ ਥੋੜ੍ਹਾ ਹੱਲ ਕਰਨਾ ਦੇਖਣਾ ਪਵੇਗਾ, ਕਿਉਂਕਿ ਪੋਲੀਟੀਕਲ ਚੀਜ਼ਾਂ ਹੈ। ਜੇ ਕਿਸੇ ਦੀ ਪੋਲੀਟੀਕਲੀ ਤੁਸੀਂ ਕਿਸੇ ਨੂੰ ਐਕਿਊਜ਼ ਕਰ ਸਕਦੇ ਆ, ਉਹ ਜ਼ਰੂਰੀ ਥੋੜ੍ਹੀ ਹੈਗਾ ਜਿਹੜੇ ਕੇਸ ਲੱਗੇ ਹੋਏ ਨੇ ਉਹ ਸਾਰੇ ਉਹ ਸੱਚੇ ਹੋਣਗੇ। ਉਹਨਾਂ 'ਚ ਕਈਆਂ ਦੀ ਇੰਪਲੀਕੇਸ਼ਨ ਹੋਏਗੀ। ਉਹਨਾਂ ਸਾਰਿਆਂ ਨੂੰ ਦੇਖਣਾ, ਸਮਝਣਾ, ਕਰਨਾ ਟਾਈਮ ਤੇ ਲੱਗਦਾ ਹੈ। ਬਟ ਜੇ ਲਗਾਤਾਰ ਸਾਡੇ ਕੋਲ ਜੁਡੀਸ਼ਰੀ ਦੀ ਮਤਲਬ ਸਿਟਿੰਗ ਹੋ ਰਹੀਆਂ ਨੇ, ਹਾਲਾਤ ਨੇ, ਤਾਂ ਵੀ ਕੈਨ ਫਾਈਂਡ ਇਟ। ਲੇਕਿਨ ਇੱਕ ਟਾਈਮ ਹੋਣਾ ਚਾਹੀਦਾ, ਟਾਈਮ ਫਿਕਸ ਹੋਣਾ ਚਾਹੀਦਾ ਕਿ ਇਹ ਜਿਹੜੇ ਕੇਸਸ ਨੇ ਇਹ ਇੰਨੇ ਸਮੇਂ ਦੇ ਦੌਰਾਨ ਹੱਲ ਹੋ ਜਾਣ, ਕਿਉਂਕਿ ਇੰਪੋਰਟੈਂਟ ਜਿਹੜੇ ਦਾਗੀ ਲੋਕ ਕਿ ਪਾਰਲੀਮੈਂਟ ਜਾਂ ਵਿਧਾਨ ਸਭਾ ਵੱਖ-ਵੱਖ ਸੂਬਿਆਂ ਦੀਆਂ ਅਸੈਂਬਲੀਆਂ 'ਚ ਬੈਠੇ ਹੋਣ, ਫਿਰ ਇਨਸਾਫ ਕਿੱਥੇ ਸਟੈਂਡ ਕਰਦੇ? ਅਸੀਂ ਦਾਗੀਆਂ ਨੂੰ ਚੁਣ ਕੇ ਭੇਜਾਂਗੇ, ਦਾਗੀ ਉੱਥੇ ਸਾਡਾ ਫੈਸਲਾ ਕਰਨਗੇ। ਪਹਿਲੀ ਗੱਲ ਤੇ ਕਿਹਾ ਕਿ ਉਹਨਾਂ ਦੀ ਦਾਗੀ ਹੋਣਾ, ਕਨਵਿਕਟ ਹੋਣਾ ਪੂਰੀ ਤਰ੍ਹਾਂ ਜੇ ਕੋਰਟ ਵੱਲੋਂ ਫੈਸਲਾ ਹੋ ਜਾਂਦਾ, ਹਜੇ ਤੱਕ ਤਾਂ ਐਲੀਗੇਸ਼ਨ ਹੈਗੇ ਨਾ। ਸਾਡਾ ਕਾਨੂੰਨ ਕਹਿੰਦਾ, ਸੰਵਿਧਾਨ ਕਹਿੰਦਾ, ਜਦ ਤੱਕ ਐਲੀਗੇਸ਼ਨ ਪ੍ਰੂਵ ਨਹੀਂ ਹੁੰਦੇ ਯੂ ਆਰ ਇਨੋਸੈਂਟ। ਇਹ ਤਾਂ ਮੰਨਿਆ ਜਾਂਦਾ ਹੈਗਾ ਨਾ। ਅੱਛਾ, ਦੂਸਰੀ ਗੱਲ ਹੋਰ ਹੈ ਕਿ ਜਦੋਂ ਇਹ ਕੇਸ ਲੱਗ ਜਾਂਦੇ ਨੇ, ਤੁਹਾਨੂੰ ਪਤਾ ਹੈ ਕਿ ਸ਼ਰੇਆਮ ਉਹ ਤਾਂ ਪਤਾ ਹੈ ਨਾ, ਇੱਕ ਤਾਂ ਕਾਨੂੰਨ ਦੀ ਨਿਗਾਹ 'ਚ ਤੁਸੀਂ ਕਨਵਿਕਟ ਨੂੰ ਅੱਛੀ ਤਰ੍ਹਾਂ ਕਰਕੇ ਉਹਨੂੰ ਯੂ ਵਿਲ ਪ੍ਰੂਵ ਇਟ। ਇੱਕ ਲੋਕਾਂ ਨੂੰ ਪਤਾ ਹੁੰਦਾ, ਇੱਕ ਆਮ ਆਵਾਮ ਦੇ ਵਿੱਚ ਵੀ ਗੱਲ ਹੁੰਦੀ ਹੈ ਕਿ ਕਿਹੜਾ ਬੰਦਾ ਇਮਾਨਦਾਰ ਹੈ, ਕਿਹੜਾ ਸੱਚਾਈ ਆ, ਉਹ ਪਤਾ ਹੁੰਦਾ ਹੈ। ਲੇਕਿਨ ਉਸ ਵੇਲੇ ਲੋਕਾਂ ਨੂੰ ਤਾਂ ਕੋਈ ਨਹੀਂ ਰੋਕਦਾ ਉਹਨਾਂ ਤੋਂ ਡਰ ਧਮਕੀ ਵੋਟਾਂ ਪਾਉਣ ਤੋਂ। ਪਰ ਹਾਲਾਤ ਇੱਕ ਹੋਰ ਵੀ ਹੈ, ਲੋਕਾਂ ਦੀਆਂ ਮਜਬੂਰੀਆਂ ਨੇ, ਉਹਨਾਂ ਦੀ ਗਰੀਬੀ ਆ, ਉਹਨਾਂ ਦੀ ਅਨਐਮਪਲੋਇਮੈਂਟ ਹੈ, ਉਹਨਾਂ ਦੀ ਅਨਪੜ੍ਹਤਾ ਹੈ। ਉਹ ਸਭ ਕੁਝ ਹੁੰਦੇ ਹੋਏ ਜੇ ਤੁਸੀਂ ਉਹਨਾਂ ਤੋਂ ਨਿਆਂ ਐਕਸਪੈਕਟ ਕਰੋਗੇ, ਉਹਨਾਂ ਵਾਸਤੇ ਤਾਂ ਇਲੈਕਸ਼ਨ 5 ਸਾਲ ਬਾਅਦ ਆਉਂਦੇ ਨੇ, ਇੱਕ ਪੋਲੀਟੀਕਲ ਇਕਨੋਮੀ ਮਾਰਕੀਟ ਬਣ ਜਾਂਦੇ ਨੇ। ਸਾਰੀਆਂ ਪਾਰਟੀਆਂ ਕਹਿੰਦੇ ਠੀਕ ਹੈ ਜੀ, ਇਹ ਵੀ ਸਾਨੂੰ ਮਦਦ ਕਰ ਰਹੀ ਹੈ, ਇਹ ਵੀ ਸਾਨੂੰ ਮਦਦ ਕਰ ਰਹੀ ਹੈ, 5 ਸਾਲ ਦਾ ਮੌਕਾ, ਅੱਜ ਸਾਡੀ ਵੈਲਿਊ ਆ, ਅਸੀਂ ਕਿਵੇਂ ਵੋਟ ਪਾਉਣੀ ਆ, ਇਹ ਅਸੀਂ ਸੋਚਦੇ ਹਾਂ। ਉਹਨਾਂ ਵਾਸਤੇ ਇੱਕ ਇਹ ਬੜਾ ਤਰਾਸਦੀ ਹੈਗੀ ਆ। ਕੁਝ ਸੈਕਸ਼ਨ ਜਿਹੜਾ ਹੈਗਾ, ਪਾਰਟੀਆਂ ਵੀ ਇੰਨੀਆਂ ਕਮਜ਼ੋਰ ਹੋ ਜਾਂਦੀਆਂ, ਅਜਿਹੇ ਲੋਕਾਂ ਨੂੰ ਟਿਕਟ ਦੇਣੀ ਉਹਨਾਂ ਦੀ ਕੋਈ ਕਮਜ਼ੋਰੀ ਬਣ ਜਾਂਦੀ। ਚਾਹੇ ਅਸੀਂ ਬੀਜੇਪੀ ਪਾਰਟੀ ਦੀ ਗੱਲ ਕਰੀਏ, ਚਾਹੇ ਲੈਫਟ ਦੀ ਕਰੀਏ, ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰੀਏ, ਜਾਂ ਫਿਰ ਜਿਹੜੀਆਂ ਸੂਬਾਈ ਪਾਰਟੀਆਂ ਹੈਗੀਆਂ, ਇਹ ਉਹਨਾਂ ਦੀ ਕਮਜ਼ੋਰੀ ਹੈਗੀ ਜੀ ਕਿ ਸਾਨੂੰ ਇਹ ਬੰਦਾ ਚਾਹੀਦਾ ਹੀ ਚਾਹੀਦਾ, ਭਾਵੇਂ ਇਹਦੇ ਤੇ 20 ਕੇਸ ਦਰਜ ਨੇ। ਦੇਖੋ ਹਮਾਮ 'ਚ ਕਹਿੰਦੇ ਸਾਰੇ ਹੀ ਮਤਲਬ ਦੰਗੇ ਹੁੰਦੇ ਨੇ, ਸਾਰੀਆਂ ਪਾਰਟੀਆਂ ਦੇਖੋ ਉਹਨਾਂ ਦੇ ਵਿੱਚ ਜਿਹੜੀ ਅਸੀਂ ਤੱਤ ਪਾਇਆ ਜਾਂਦਾ ਹੈ। ਹੁਣ ਇਹਦੇ ਸਾਰੀਆਂ ਚੀਜ਼ਾਂ ਦੀ ਜਿਹੜੀ ਗੱਲ ਹੈ ਉਹ ਇੱਕ ਇੰਪੋਰਟੈਂਟ ਇਹ ਹੈ ਕਿ ਜਦੋਂ ਉਹਨਾਂ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏਗਾ ਕਿ ਇਲੈਕਸ਼ਨ ਦੇ ਇਲੈਕਟੋਰੇਟ ਨੇ, ਜਿਹੜੇ ਵੋਟਰ ਨੇ ਇਲੈਕਸ਼ਨ ਦੇ ਜੋ ਫੀਲਡ ਵਿੱਚ ਜਾਂਦੇ ਨੇ, ਜੇ ਉਹ ਇਹਨਾਂ ਬੰਦਿਆਂ ਨੂੰ ਬਿਲਕੁਲ ਨਕਾਰ ਦਿੰਦੇ ਨੇ ਤਾਂ ਫਿਰ ਉਹ ਵੀ ਸੋਚੂਗਾ ਵੀ ਨਹੀਂ, ਅਸੀਂ ਇਹਨੂੰ ਟਿਕਟ ਨਹੀਂ ਦੇਣਾ ਹੈਗਾ। ਤੁਸੀਂ ਉਹ ਤੱਕ ਰਹੋ, ਕੋਈ ਬੰਦਾ ਲਗਾਤਾਰ 5 ਵਾਰੀ 7 ਵਾਰੀ ਐਮਐਲਏ ਬਣ ਜਾਂਦਾ, ਐਮਪੀ ਬਣ ਜਾਂਦਾ, ਬਾਰ-ਬਾਰ ਉਹੀ ਆ ਰਿਹਾ ਕਿ ਉਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਹੀਂ ਹੈਗੀ ਹੋਰ ਥੱਲੇ ਸੈਕੰਡ ਲਾਈਨ ਕਿ ਉਹ ਅੱਛੇ ਬੰਦੇ ਹੋਣਗੇ ਕਿ ਇੱਕ ਬੰਦਾ ਬਣਿਆ ਫਿਰ ਉਹਦਾ ਫਾਦਰ ਬਣਿਆ, ਉਹਦੀ ਜਿਹੜੀ ਡਾਇਨੈਸਟੀ ਆ ਉਹ ਡਾਇਨੈਸਟੀਜ਼ ਬਣ ਗਈਆਂ। ਤੁਸੀਂ 1937 ਤੋਂ ਲੈ ਕੇ ਕੁਝ ਬੰਦੇ ਨੇ, ਮੈਂ ਤੁਹਾਨੂੰ ਦੱਸ ਸਕਦਾ ਕਿ ਈਵਨ ਇਨ ਪੰਜਾਬ ਆਲਸੋ ਉਹ 1937 'ਚ ਵੀ ਸਨ, 1947 ਦੀਆਂ 46 ਦੀਆਂ ਉਹ ਜਿਹੜੀਆਂ ਵੋਟਾਂ ਪਈਆਂ ਪ੍ਰੋਵਿੰਸ਼ਨ ਉਹ 'ਚ ਵੀ ਸਨ, 52 'ਚ ਵੀ ਸੇ, ਫਿਰ ਉਸ ਤੋਂ ਬਾਅਦ 57 'ਚ, ਫਿਰ 62 'ਚ, ਫਿਰ ਜੋ ਵੀ ਸਿਸਟਮ ਬਣਿਆ, ਜਿੰਨੀ ਬਾਈ ਇਲੈਕਸ਼ਨ ਆਈਆਂ ਉਹ ਚੱਲਦੇ ਰਹੇ ਆ। ਇਹ ਇਕੱਲਾ ਕਿਸੇ ਇੱਕ ਵਿਸ਼ੇਸ਼ ਪਾਰਟੀ ਨਹੀਂ, ਵਿਸ਼ੇਸ਼ ਇੰਡੀਵਿਜੂਅਲ ਨਹੀਂ, ਬਹੁਤ ਸਾਰੀਆਂ ਚੱਲਦੇ ਰਹੇ ਆ। ਇਹ ਵੀ ਇੱਕ ਬਣਾ ਜਿੱਦਾਂ ਭਾਰਤ ਵਿੱਚ ਮੰਨਿਆ ਜਾਂਦਾ ਸੀ ਕੋਈ ਹੈਰੀਟੇਟਰੀ ਕੰਮ ਹੈ, ਜਿਹੜਾ ਬੰਦਾ ਖੇਤੀ ਕਰਦਾ ਉਹ ਖੇਤੀ ਕਰੀ ਜਾ ਰਿਹਾ, ਜਿਹੜਾ ਬੰਦਾ ਦੁਕਾਨ ਕਰਦਾ ਉਹ ਜੱਦੀ ਪੁਸ਼ਤੀ ਦੁਕਾਨ ਕਰੀ ਜਾ ਰਿਹਾ, ਕੋਈ ਕੱਪੜੇ ਧੋਂਦਾ ਜੱਦੀ ਪੁਸ਼ਤੀ ਕੱਪੜੇ ਧੋਣਾ, ਕੋਈ ਬੰਦਾ ਗੋਲਡ ਸਮੇਤ ਤੋਂ ਜੱਦੀ ਪੁਸ਼ਤੀ ਉਹ ਕੰਮ ਕਰਦਾ ਜਾ ਰਿਹਾ, ਕਾਰਪੈਂਟਰ ਹੈ। ਇੱਦਾਂ ਵੀ ਲੱਗਦਾ ਹੈਗਾ ਕਿ ਸਾਡੇ ਪਾਸ ਜਿਹੜੇ ਹੁਣ ਇਹ ਬੰਦੇ ਇਸ ਲਈ ਜੋ ਸੋਚ ਰਹੇ ਨੇ ਕਿ ਜੋ ਕੰਮ ਕਰ ਰਹੇ ਨੇ ਵਿਧਾਨ ਸਭਾ ਦੇ ਮੈਂਬਰ ਨੇ, ਉਹ ਲੱਗਦਾ ਕਿ ਉਹ ਸਾਰੇ ਦੇ ਸਾਰੇ ਐਸ ਸੱਚ ਵਿਧਾਨ ਸਭਾ ਦੇ ਵਕੀਲ ਕੇਸ ਲੜ ਰਹੇ, ਤੁਹਾਨੂੰ ਲੱਗਦਾ ਕਿ ਅਜਿਹੇ ਲੋਕਾਂ
ਲੋਕਾਂ ਦੇ ਖਿਲਾਫ ਇੱਕ ਲੋਕ ਲਹਿਰ ਦਾ ਉੱਠਣਾ ਵੀ ਬਹੁਤ ਜ਼ਰੂਰੀ ਹੈ। ਇਹ ਤਾਂ ਬਹੁਤ ਹੈ ਕਿ ਜੋ ਲੋਕਾਂ ਵਿੱਚ ਚੇਤਨਾ ਆ ਜਾਏਗੀ ਕਿ ਵੀ ਵਾਂਟ ਟੂ ਡੂ ਸਮਥਿੰਗ ਗੁੱਡ, ਸਮਥਿੰਗ ਵੀ ਵਾਂਟ ਟੂ ਆਰਗੇਨਾਈਜ਼ ਇਟ ਪ੍ਰੋਪਰਲੀ। ਉਹ ਤਾਂ ਚੇਤਨਾ ਜਿੰਨੀ ਵਧੀਆ ਹੋਏਗੀ ਉਨਾ ਸਾਡਾ ਲੋਕਤੰਤਰ ਇੱਕ ਪੋਜ਼ਿਟਿਵ ਤਰੀਕੇ ਨਾਲ, ਇਹ ਨਹੀਂ ਕਿ ਇਹਦੇ ਬਾਰੇ ਇੱਕ ਹੋਰ ਹੀ ਮੁਹਿੰਮ ਬਣ ਜਾਵੇ ਵੀ ਲਓ ਜੀ ਹੁਣ ਇਲੈਕਸ਼ਨ ਕੋਈ ਹੋਣ ਵਾਲੇ ਨੇ, ਅਸੀਂ ਉਹ ਕੁਝ ਬੰਦੇ ਜਿਹੜੇ ਕੇਸ ਬਣੇ ਹੋਏ ਨੇ ਉਹ ਇਦਾਂ ਦੇ ਨੇ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਕੇ ਇਹਦੇ ਤੇ ਮੁਹਿੰਮ ਬਣਾਈਏ। ਉਹ ਨਹੀਂ, ਮੁਹਿੰਮ ਬਣੇ ਕਿ ਜੈਸ ਸਾਨੂੰ ਆਪਣੀ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਦੇ ਵਿੱਚ ਜਿਹੜੇ ਅਸੀਂ ਚੁਣ ਕੇ ਵਿਧਾਇਕ ਭੇਜਣੇ ਨੇ ਉਹ ਬਿਲਕੁਲ ਸੱਚੇ ਤੋਂ ਸੁੱਚੇ ਇਸ ਪੁਆਇੰਟ ਤੋਂ ਹੋਣ, ਉਹਨਾਂ ਤੇ ਕੋਈ ਕੇਸ ਨਾ ਹੋਵੇ। ਲੋਕਾਂ ਦੀ ਡਿਮਾਂਡ ਚਾਹੀਦੀ ਹੈ। ਤਾਂ ਲੱਗਦਾ ਕਿ ਰਾਜਸੀ ਖੇਤਰ ਦੇ ਵਿੱਚ ਜਿਹੜੀ ਨੈਤਿਕਤਾ ਦੀ ਗੱਲ ਕਰਦੇ ਨੇ, ਲੋਕਾਂ ਨੂੰ ਪਾਠ ਪੜ੍ਹਾਉਂਦੇ ਨੇ, ਖੁਦ ਦੀ ਨੈਤਿਕਤਾ ਵੇਲੇ ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈਗੀ। ਤੁਹਾਡੇ ਵਾਸਤੇ ਤਾਂ ਨੈਤਿਕਤਾ ਹੈਗੀ ਹੈ, ਮੇਰੇ ਵਾਸਤੇ ਨਹੀਂ ਹੈ। ਇਹ ਤੇ ਬਹੁਤ ਹੈ, ਲੇਕਿਨ ਜਿਹੜੀ ਨੈਤਿਕਤਾ ਤੇ ਅਨੈਤਿਕਤਾ ਹੈਗੀ ਆ, ਇਹ ਬਹੁਤ ਇਸ਼ੂ ਜਿਹੜੇ ਨੇ ਬੜੇ ਸਬਜੈਕਟਿਵ ਨੇ। ਪਰ ਕਿਤੇ ਨਾ ਕਿਤੇ ਜਿਹੜੀ ਨੈਤਿਕਤਾ ਹੈ ਉਹਦੀ ਆਖਰੀ ਜਿਹੜੀ ਉਹਨੂੰ ਜੱਜ ਕਰਨ ਵਾਸਤੇ, ਉਹਨੂੰ ਆਖਰੀ ਤੌਰ ਦੇ ਉੱਤੇ ਨਿਰਧਾਰਿਤ ਕਰਨਾ ਕਿ ਤੁਸੀਂ ਨੈਤਿਕ ਹੋ ਜਾਂ ਨਹੀਂ ਹੋ, ਦੈਟ ਇਜ਼ ਏ ਸਮਾਜ। ਉਹ 'ਚ ਪਤਾ ਲੱਗਦਾ ਕਿ ਇਸ ਲਈ ਕਹਿੰਦੇ ਆ ਕਿ ਬੰਦੇ ਦੀ ਨੈਤਿਕਤਾ ਜਿਹੜੀ ਆ ਉਹ ਬੰਦੇ ਨਹੀਂ ਉਹਦਾ ਅੰਦਾਜ਼ਾ ਲਗਾਉਂਦੇ, ਬੰਦੇ ਨਹੀਂ ਉਹਨੂੰ ਉਹਦੇ ਫੈਸਲਾ ਕਰ ਸਕਦੇ। ਇਤਿਹਾਸ ਕਰਦਾ ਹੈ, ਇਤਿਹਾਸ ਦੱਸਦਾ ਕਿ ਨੈਤਿਕ ਕੌਣ ਸੀ। ਜਿਹੜੀਆਂ ਪਾਰਟੀਆਂ ਜਿਹੜੀਆਂ ਜਿਨ੍ਹਾਂ ਨੇ ਸੈਂਟਰ 'ਚ ਵੀ ਰਾਜ ਕੀਤਾ, ਸਟੇਟਾਂ 'ਚ ਵੀ ਰਾਜ ਕੀਤਾ ਹੈਗਾ, ਹੋਰ ਮੁੱਦੇ ਇੱਕ ਦੂਜੇ ਨੂੰ ਤਾਂ ਜ਼ਰੂਰ ਭੰਡਦੀਆਂ ਹੈਗੀਆਂ, ਲੇਕਿਨ ਇਸ ਮਸਲੇ 'ਚ ਨਹੀਂ ਇੱਕ ਦੂਜੇ ਨੂੰ ਭੰਡ ਸਕਦੀਆਂ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਮਾਮ 'ਚ ਸਾਰੇ ਨੰਗੇ ਨੇ। ਤੋ ਕਿਉਂਕਿ ਇਸ ਕਰਕੇ ਇੱਕ ਮੈਨੂੰ ਤਾਂ ਇਹ ਵੀ ਲੱਗਦਾ ਹੈਗਾ ਕਿ ਅੱਜ ਕੱਲ੍ਹ ਦੇ ਜਿਹੜਾ ਸਮੇਂ ਬਣਿਆ, ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਜੋ ਸੁਸਾਇਟੀ ਆ ਉਹਦੇ ਵਿੱਚ ਇੱਕ ਰਾਜਨੀਤਿਕ ਜਿਹੜੀ ਕਲਾਸ ਹੈ ਉਹ ਆਪਣੇ ਆਪ 'ਚ ਇਵੋਲਵ ਹੋ ਗਈ ਆ। ਉਹ ਲੱਗਦਾ ਕਿ ਉਹਨਾਂ ਦੇ ਪਰਿਵਾਰ 'ਚੋਂ, ਉਹਨਾਂ ਦੇ ਆਲੇ ਦੁਆਲੇ 'ਚੋਂ ਉਹ ਬੰਦੇ ਉਸ ਤਰ੍ਹਾਂ ਹੀ ਗਰੋ ਕਰ ਰਹੇ ਨੇ ਕਿ ਜਿਵੇਂ ਕਿ ਇਹ ਕੋਈ ਪ੍ਰੋਫੈਸ਼ਨ ਹੋ ਗਿਆ, ਨਾ ਕਿ ਇੱਕ ਕਾਲਿੰਗ ਹੋ ਗਈ ਹੈ, ਨਾ ਕਿ ਸੇਵਾ ਹੋ ਗਈ ਹੈ। ਇਹ ਪ੍ਰੋਫੈਸ਼ਨ ਬਣ ਗਿਆ, ਸੇਵਾ ਨਾ ਹੋ ਕਰ। ਕਿਉਂ? ਉਹਦੇ 'ਚ ਫਿਰ ਇੱਕ ਧਾਰਨਾ ਹੈ ਕਿ ਅਗਰ ਜੇ ਪ੍ਰੋਫੈਸ਼ਨ ਹੀ ਬਣ ਜਾਏਗਾ ਤਾਂ ਕੁਝ ਲੋਕ ਉਹਦੇ 'ਚ ਹਿੱਸਾ ਨਹੀਂ ਲੈ ਪਾਉਣਗੇ, ਤਾਂ ਜਿਹੜੇ ਸਮਾਜ ਦੇ ਵਿੱਚ ਵੱਖ-ਵੱਖ ਹਾਲਾਤਾਂ 'ਚ ਲੋਕ ਨਿਕਲ ਕੇ ਆ ਰਹੇ ਨੇ, ਉਹ ਲੋਕਾਂ ਦੀ ਟਰੂ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ 'ਚ ਕਿਸ ਤਰ੍ਹਾਂ ਹੋਏਗੀ? ਪਤਾ ਲੱਗਦਾ ਧੱਜੀਆਂ ਹੀ ਆ ਸਰ, ਸੰਵਿਧਾਨ ਦੀਆਂ ਹੈਗੀਆਂ। MLA ਛੱਡੋ ਸਰ, MP ਛੱਡੋ, ਮੁੱਖ ਮੰਤਰੀ ਸੂਬਿਆਂ ਦੇ ਜਾਂ ਸੈਂਟਰ ਦੇ ਵਿੱਚ ਵਜ਼ੀਰ ਆ ਜਿਹੜੇ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਬਰਾਬਰ ਆ, ਉਹਨਾਂ ਦੇ ਖਿਲਾਫ ਵੀ ਕ੍ਰਿਮੀਨਲ ਕੇਸ ਰਿਕਾਰਡ ਨੇ। ਬਿਲਕੁਲ। ਉਹ ਦੇਖੋ, ਉਹ ਪੋਲਿਟਿਕਸ ਦੇ ਜਦੋਂ ਤੁਸੀਂ ਦੇਖਦੇ ਨੇ ਉਹਦੇ 'ਚ ਜਦੋਂ ਤੁਸੀਂ ਪਾਵਰ ਨੂੰ ਅਕਵਾਇਰ ਕਰਨ ਵਾਸਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਤਿਆਲੀ, ਜੇ ਤੁਸੀਂ ਦੇਖ ਲਓ ਪਿਛਲੇ ਕੋਈ 5-6 ਸਾਲ ਦੀ ਆ ਜਿਹੜੀ ਡਿਬੇਟ ਹੈ ਇਸ ਲਈ ਇੰਡੀਆ ਦੇ ਵਿੱਚ ਹੋ ਰਹੀ ਆ, ਉਹਦੇ 'ਚ ਅਗਰ ਅਪੋਜੀਸ਼ਨ ਪਾਰਟੀ ਹੈ ਉਹਦਾ ਇੱਕੋ ਹੀ ਮੁੱਦਾ ਕਿ ਜੋ ਵੀ ਪਾਰਟੀ ਨੂੰ ਪਾਵਰ ਹੈ ਉਹਨੂੰ ਕ੍ਰਿਟੀਸਾਈਜ਼ ਕਰਨਾ ਹੈ। ਜਿਹੜੀ ਪਾਰਟੀ ਨੂੰ ਪਾਵਰ ਹੈ ਉਹ ਕਹਿ ਰਹੀ ਹੈ ਕਿ ਜਿਹੜੀ ਅਪੋਜੀਸ਼ਨ ਹੈ ਹੁਣ ਤੱਕ ਜੋ ਵੀ ਦੇਸ਼ ਦਾ ਨੁਕਸਾਨ ਹੋਇਆ ਉਹਦੇ ਕਰਕੇ ਹੋਇਆ ਹੈਗਾ, ਤਾਂ ਇੱਕ ਦੂਜੇ ਦੇ ਉੱਤੇ ਬਲੇਮ ਲੱਗ ਰਿਹਾ। ਉਹ ਕੋਈ ਵੀ ਇਹ ਨਹੀਂ ਸੋਚ ਰਿਹਾ ਕਿ ਜਿਹੜਾ ਲੋਕ ਹੀ ਬੜੇ ਇੰਟਰਸਟ ਨਾਲ ਉਹਨੂੰ ਸੋਚ ਦਿਖਦੇ ਪਏ ਆ ਕਿ ਬੇਸ਼ੱਕ ਕਾਂਗਰਸ ਪਾਰਟੀ ਨੂੰ ਪਾਵਰ 'ਚ ਨਹੀਂ ਵੀ ਆ ਗਈ, ਲੇਕਿਨ ਜੇ ਕਿਤੇ ਡਿਬੇਟ ਹੁੰਦੀ ਆ ਤਾਂ ਕਾਂਗਰਸ ਪਾਰਟੀ ਦਾ ਨਾਂ ਆਉਂਦਾ ਵੀ 70 ਸਾਲ 'ਚ ਕਾਂਗਰਸ ਪਾਰਟੀ ਨੇ ਕੀ ਕੀਤਾ। ਲੇਕਿਨ ਜਦੋਂ ਉਹ ਆਉਂਦੇ ਨੇ ਉਹ ਕਹਿੰਦੇ ਨੇ ਪਿਛਲੇ ਜਿਹੜੇ 1 ਸਾਲ ਟਰਮ ਪੂਰੀ ਕੀਤੀ ਆ, ਦੂਜੀ ਆ, ਇਹਨਾਂ ਨੇ ਹੁਣ ਕੀ ਕੀਤਾ, ਅਸੀਂ ਜੋ ਕੀਤਾ ਅਸੀਂ 70 ਸਾਲ 'ਚ ਕੀਤਾ ਉਹ ਹੋ ਗਿਆ। ਨਾਓ ਯੂ ਸੀ ਇਟ, ਐਵਰੀਥਿੰਗ ਇਨਵੋਲਵਡ revolving around, you know, what you did, what I did, what you did not do, ਜੋ ਮੈਂ ਨਹੀਂ ਕੀਤਾ ਹੈਗਾ। ਲੇਕਿਨ ਇਹ ਨਹੀਂ ਦੇਖਦੇ ਕਿ ਮੇਰੇ ਕਰਨ ਦੇ ਨਾਲ ਕਿਸੇ ਦੇ ਦੂਜੀ ਪਾਰਟੀ ਦੇ ਕਰਨ ਦੇ ਨਾਲ, ਜੋ ਦੋਨਾਂ ਦੇ ਕੰਬਾਈਨਡ ਕਰਨ ਦੇ ਨਾਲ ਭਾਰਤ ਕਿੱਥੇ ਵਧਿਆ ਉਹ ਬਹੁਤ ਜ਼ਰੂਰੀ ਹੈ। ਸਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੋਲੀਟੀਕਲ ਸਾਈਡ ਹੈ ਖੇਤਰ ਹੈਗਾ ਜਾਂ ਸਾਡੀ ਡੈਮੋਕ੍ਰੇਸੀ ਆ, ਹਲੇ ਵੀ ਉਨੀ ਸਿਆਣੀ ਸੁਲਝੀ ਹੋਈ ਜਾਂ ਹੈਲਥੀ ਡਿਸਕਸ਼ਨ ਨਹੀਂ ਹੁੰਦੀ ਇੱਥੇ ਹੁੰਦੀ? ਪਰ ਇੰਨਾ ਕੁ ਹੈਗਾ, ਇਹ ਜਿਹੜਾ ਭਾਰਤ ਹੈ ਇਹ ਡੈਮੋਕ੍ਰੇਸੀ ਆ। ਪਹਿਲਾਂ ਕਹਿੰਦੇ ਸੀ ਕਦੀ ਭੱਲਾ ਸਾਹਿਬ ਕਿ ਜਿਹੜਾ ਭਾਰਤ ਹੈਗਾ ਉਹ ਸੋਨੇ ਦੀ ਚਿੜੀਆ ਹੈ, ਕਿਉਂਕਿ ਬੜਾ ਅਮੀਰ ਸੀਗਾ। ਅਕਬਰ ਦੇ ਵੇਲੇ ਇਹਦੀ ਜਿਹੜੀ ਪਰ ਕੈਪੀਟਲ ਇਨਕਮ ਸੀਗੀ ਉਹ ਵਿਸ਼ਵ ਦੀਆਂ ਪਹਿਲੀਆਂ 4 ਸ਼ਕਤੀਆਂ ਦੇ ਬਰਾਬਰ ਸੀਗੀ। ਈਵਨ ਸੈਕੰਡ ਵਰਲਡ ਵਾਰ ਉੱਤੇ ਵੀ ਤੱਕ ਵੀ ਇੰਡੀਆ ਤੇ ਚਾਈਨਾ ਦੀ ਮਿਲਾ ਕੇ ਜਿਹੜੀ ਸੀਗੀ GDP ਉਹਦਾ ਲੈਵਲ ਬਹੁਤ ਉੱਚਾ ਸੀ। ਲੁੱਟ ਕੇ ਫਿਰ ਅਫਸਰ ਤੇ ਪੋਲੀਟੀਸ਼ੀਅਨ ਖਾ ਕੇ ਜੀ। ਲੇਕਿਨ ਜਿਹੜੀ ਸੋਨੇ ਦੀ ਚਿੜੀਆ ਸੀ, ਉਹਨੂੰ ਸੋਨੇ ਦੀ ਚਿੜੀਆ ਨੂੰ ਲੁੱਟਣ ਵਾਸਤੇ 10ਵੀਂ ਸਦੀ ਤੋਂ ਔਨਵਰਡਸ ਲੋਕੀ ਬਾਹਰੋਂ ਆਏ। ਕੁਝ ਲੋਕਾਂ ਨੇ ਆ ਕੇ ਇੱਥੇ ਆਪਣਾ ਘਰੇ ਬਣਾ ਲਿਆ। ਦਿੱਲੀ ਸਲਤਨਤ ਤੋਂ ਬਾਅਦ ਜਿਹੜੇ ਮੁਗਲ ਆਏ ਉਹਨਾਂ ਨੇ ਘਰ ਬਣਾਇਆ, ਅੰਗਰੇਜ਼ ਆਏ ਉਹਨਾਂ ਨੇ ਲੁੱਟ ਕੇ ਲਗਾਇਆ, ਈਸਟ ਇੰਡੀਆ ਕੰਪਨੀ ਦੇ ਥਰੂ ਇੱਥੋਂ ਮਾਲ ਗਿਆ। ਜਿਹੜਾ ਬਚ ਗਿਆ ਉਹ ਆਪਣਿਆਂ ਨੇ ਲੁੱਟ ਲਿਆ। ਜਿਹੜਾ ਬਚਿਆ ਉਹਦੇ ਬਾਰੇ ਸਾਨੂੰ ਲੱਗਿਆ ਵੀ ਇੱਕ ਮੇ ਹੋ ਜਾਏਗਾ, ਲੇਕਿਨ ਫਿਰ ਵੀ ਸਾਡੇ ਲੋਕਾਂ ਦੀ ਸਲੂਟ ਟੂ ਦ ਪੀਪਲ ਆਫ ਇੰਡੀਆ, ਮੈਂ ਸਲੂਟ ਕਰ ਦਿੰਦਾ ਉਹਨਾਂ ਨੂੰ। ਉਹਨਾਂ ਨੇ ਇਸ ਸਾਊਥ ਏਸ਼ੀਆ 'ਚ ਇਹ ਪਹਿਲਾਂ ਸੀਗੀ ਸੋਨੇ ਦੀ ਚਿੜੀਆ, ਹੁਣ ਇਹ ਲੋਕਤੰਤਰ ਚਿੜੀਆ ਹੈ। ਇਸ ਲੋਕਤੰਤਰ ਚਿੜੀਆ ਨੂੰ ਸਾਰੇ ਪਾਸੇ ਬਾਜ ਬੈਠੇ ਨੇ, ਪਾਕਿਸਤਾਨ ਬਾਜ ਹੈ, ਔਰ ਜਿਹੜੇ ਬੈਠੇ ਨੇ ਜਦੋਂ ਨਾਓ ਯੂ ਕੈਨ ਫਾਈਂਡ ਚਾਈਨਾ, ਬੇਸ਼ੱਕ ਉਹਦਾ ਡਾਇਰੈਕਟਲੀ ਉਸ ਤਰ੍ਹਾਂ ਦਾ ਨਹੀਂ ਹੈਗਾ, ਬੰਗਲਾਦੇਸ਼, ਨੇਪਾਲ,
ਕਿਤੇ ਵੀ ਲੋਕਤੰਤਰ ਨਹੀਂ ਹੈਗਾ। ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲ ਜਾਓ, ਮਿਡਲ ਈਸਟ ਸਾਰੇ ਸ਼ੇਖਡਮ ਹੈਗੇ ਨੇ, ਸਾਰੀਆਂ ਮੋਨਾਰਕੀਆਂ ਨੇ, ਸਾਰੇ ਡਿਕਟੇਟਰਸ਼ਿਪ ਨੇ। ਤੁਸੀਂ ਈਰਾਨ ਇਰਾਕ ਦੇ ਲੋ ਕੀ ਹਾਲ ਹੈ, ਉਹ ਸਾਊਥ ਏਸ਼ੀਆ, ਫਿਰ ਸਾਊਥ ਈਸਟ ਏਸ਼ੀਆ, ਫਿਰ ਪੂਰੇ ਦਾ ਪੂਰਾ ਏਸ਼ੀਆ, ਉਹਦੇ ਵਿੱਚ ਜਾਪਾਨ ਨੂੰ ਛੱਡ ਲਓ। ਅਸੀਂ ਬੈਠੇ ਹਾਂ ਤੇ ਸਾਡਾ ਜਿਹੜਾ ਭਾਰਤ ਹੈ ਕਿਤਨਾ ਕਿਤੇ ਹਮਾਰੀ ਹਸਤੀ ਜੋ ਹੈ ਮਿਟਦੀ ਨਹੀਂ, ਕੋਈ ਦਮ ਤੋਂ ਹੈ ਨਾ, ਸਭ ਕੁਛ ਹੋਣ ਦੇ ਬਾਵਜੂਦ ਵੀ ਅਸੀਂ ਇੰਨੇ 'ਚ ਖੁਸ਼ ਹੋ ਜਾਂਦੇ ਵੀ ਕਦੀ ਸੋਨੇ ਦੀ ਚਿੜੀਆ ਹੁਣ ਲੋਕਤੰਤਰ ਦੀ ਚਿੜੀਆ, ਅਸੀਂ ਇੰਨੇ 'ਚ ਖੁਸ਼ ਹੋ ਜਾਈਦਾ। ਨਹੀਂ ਪਰ ਸਾਨੂੰ ਹੁਣ ਇਸ ਲੋਕਤੰਤਰ ਦੀ ਚਿੜੀਆਂ ਨੂੰ ਬਰਕਰਾਰ ਰੱਖਣ ਵਾਸਤੇ ਇਹ ਜਿਹੜੇ ਬਾਰ-ਬਾਰ ਕੇਸਿਸ ਜਿੰਨੇ ਲਮਕੇ ਹੋਏ ਆ, ਇਹ ਜਲਦੀ ਸੋਲਵ ਕਰਨੇ ਪੈਣੇ ਆ। ਕ੍ਰਿਮੀਨਲ ਨੂੰ ਉਠਾਉਣਾ ਪੈਣਾ, ਅਸੀਂ ਅੱਗੇ ਆਉਣਾ ਪੈਣਾ। ਜੇ ਸੋਨੇ ਦੀ ਚਿੜੀਆਂ ਨੂੰ ਲੁੱਟਣ ਵਾਲੇ ਲੁੱਟ ਕੇ ਲਗਾਏ ਤਾਂ ਉਹਨੂੰ ਬਚਾਉਣ ਵਾਲੇ ਵੀ ਸ਼ਹੀਦ ਆਜ਼ਮ ਭਗਤ ਸਿੰਘ ਉੱਠੇ, ਤੁਹਾਡੀ ਵਰਗੀ ਜੂਝ ਸਕੇ, जिन्हों ने सरफरोशी की तमन्ना अब हमारे दिल में है, देखना है जोल कितना बाजू कातिल में है। नो वो है नो मेरे बन दे जिन्हों बसंती चोला तनो बसंती चोला है जी कलर ऑफ सैक्रीफिकेशन जिन्हों कुर्बानी दस गई हो। तो हुण हजे भी है जे कुछ हैगा तुहाडे वर्गे वधिया जिहड़े न्यूज़ नूं डील करदे हो, टीवी चैनल वाले हो, इन्हां इशूआं ते कोरोने च भी डर के मैनू भी अंदरों लैके बाहर लैके इतने करते पे हो, कुछ ना कुछ है ना, वी हैव टू सॉल्व इट। द क्वेश्चन इज दिस, नाउ एट दिस टाइम इन इंडिया वी शुड ट्राई टू सेव आवरसेल्फ फ्रॉम नेगेटिविटी। बहुत ज़्यादा हो रही है, वो नैगेटिविटी लियाउण वास्ते साडियां पोलीटिकल पार्टियां ने बड़ा जोर लगा पिया। सानू लोड़ है जिथे भी कोई पॉजिटिव काम होंदा उसकी सलाहना करनी, जिथे कोई नैगेटिविटी हैगी आ वो साडी भारत की नैगेटिविटी नहीं, वो साडी अपनी नैगेटिविटी आ, उन्होंने हल करना। ये ना लगे भी अज सुप्रीम कोर्ट तो पता लगा कि केस 1983 का चक दिओ, पीपा फड़ लो, खड़का दिओ, डोडी पिट दिओ, बर्बाद हो गए। नहीं, एक गलत है, वो केस लगे हुए ने, उसका हल होया, उस जज साहब नूं सलूट जिन्हें क्या जल्दी दसो क्यों लेट होए है ना कुछ। ਚਲੋ ਸਰ, ਤੁਸੀਂ ਐਨਬੀਆਰ ਵਾਸਤੇ ਸਮਾਂ ਕਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ। थैंक यू। ਇੱਥੋਂ ਤੱਕ ਵਾਕਿਆ ਕਿਉਂਕਿ ਦੇਸ਼ ਦਾ ਜਿਹੜਾ ਲੋਕਤੰਤਰ ਢਾਂਚਾ ਐਡਾ ਖੂਬਸੂਰਤ ਹੈ ਔਰ ਵੱਖ-ਵੱਖ ਲੋਕ ਵੰਨਗੀਆਂ ਸੱਭਿਆਚਾਰ ਦਾ, ਬੋਲੀਆਂ ਦਾ, ਵੰਨਗੀਆਂ ਦਾ, ਪਰ ਜਿਹੜੇ ਸਾਡੇ ਪੋਲੀਟੀਕਲ ਲੋਕ ਆ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਵੀ 4442 ਦੇ ਕਰੀਬ ਸਾਡੇ ਜਿਹੜੇ ਚੁਣੇ ਹੋਏ ਐਮਪੀ ਔਰ ਵਿਧਾਇਕ ਆ, ਅਗਰ ਉਹਨਾਂ ਦੇ ਖਿਲਾਫ ਕੇਸ ਦਰਜ ਨੇ ਜਿਨ੍ਹਾਂ ਦੀ ਅਜੇ ਤੱਕ ਸੁਣਵਾਈ ਨਹੀਂ ਹੋਈ, ਵੱਖ-ਵੱਖ ਅਦਾਲਤਾਂ ਦੇ ਵਿੱਚ ਪੈਂਡਿੰਗ ਆ, ਤੇ ਫਿਰ ਫੈਸਲਾ ਵੀ ਸਿਆਸੀ ਪਾਰਟੀਆਂ ਨੂੰ ਕਰਨਾ ਪਏਗਾ, ਨਹੀਂ ਤਾਂ ਫਿਰ ਲੋਕ ਹਮੇਸ਼ਾ ਹੀ ਜੰਗ ਵਾਸਤੇ ਤਿਆਰ ਰਹਿੰਦੇ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਲਈ ਨਿਊਜ਼ ਚੰਡੀਗੜ੍ਹ।